ਗੁਰ ਨਾਨਕ ਪਾਦ ਪੰਕਜ ਬੰਦਨਾ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਗੁਰ ਹਰਿ ਗੋਬਿੰਦ ਸੋਭ ਸੋ ਮਾਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਪਰਮ ਸਨਮਾਨਯੋਗ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਵਾਲੀ ਕੁਲ ਆਲਮ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਰਾਜਾਨ ਰਾਜ ਭਾਨਾਨ ਭਾਣ ਦੇਵਾਨ ਦੇਵ ਉਪਮਾ ਮਹਾਨ ਦਸਾਂ ਗੁਰੂਆਂ ਦੇ ਰੱਬੀ ਸਵਰੂਪ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਕ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਪਾਕ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਦਿਨ ਦੇ ਚੌਥੇ ਪਹਿਰ ਦੀ ਪ੍ਰਾਰੰਭਤਾ ਦੇ ਸਮੇਂ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਉਸ ਕਥਾ ਵਾਰਤਾ ਨੂੰ ਸਰਵਣ ਕਰਨ ਲਈ ਜੁੜ ਬੈਠੇ ਹਾਂ। ਵਡਭਾਗੇ ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਹੜੇ ਤੇ ਇਸ ਅਸਥਾਨ ਤੇ ਬੈਠ ਕਰਕੇ ਲਾਹਾ ਲੈ ਰਹੇ ਨੇ। ਉਹਨਾਂ ਦਾ ਇਹ ਮਨੁੱਖਾ ਜਨਮ ਸਫਲ ਹੈ।
ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਨਾਂ ਦਾ ਇਸ ਜਗਤ ਦੇ ਵਿੱਚ ਆਉਣ ਦਾ ਕੀ ਕੰਮ। ਆਪਾਂ ਬਚਨ ਪੜ੍ਹਦੇ ਆ ਨਾ ਕਿ ਜਿਨੀ ਐਸਾ ਹਾਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਬਚਨ ਹੈ ਤੇ ਰੋਜ਼ਾਨਾ ਆਸਾ ਦੀ ਵਾਰ ਦੇ ਵਿੱਚ ਇਹ ਸੰਤ ਸਾਧ ਸੰਗਤ ਜੀ ਪੜਿਆ ਜਾਂਦਾ ਹੈ। ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਨੀ ਐਸਾ, ਹੁਣ ਐਸਾ ਨਾਮ ਕਿਹੜਾ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਆਤਮਿਕ ਸੋਝੀ ਬਖਸ਼ਣ ਵਾਲਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਕਹਿੰਦੇ ਨੇ ਜਿਨ੍ਹਾਂ ਨੇ ਐਸਾ ਨਾਮ ਨਹੀਂ ਜਪਿਆ ਸੇ ਕਾਹੇ ਜਗ ਆਏ RAM ਰਾਜਿਓ, ਕਿਸ ਵਾਸਤੇ ਇਸ ਜਗਤ ਤੇ ਆਏ ਹਨ। ਕਿਉਂਕਿ ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਮਨੁੱਖਾ ਜਨਮ ਦੁਰਲੱਭ ਹੈ। ਇਹ 84 ਲੱਖ ਜੂਨਾਂ ਦੇ ਵਿੱਚ ਉੱਤਮ ਜੂਨ ਮੰਨੀ ਗਈ ਹੈ। ਜਿਹਦੇ ਕੋਲ ਸੁਣਨ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਲਣ ਦੀ ਸ਼ਕਤੀ ਹੈ, ਪਰ ਕਹਿੰਦੇ ਕਿ ਇਹਦਾ ਫਾਇਦਾ ਤਾਂ ਹੀ ਹੈ ਜੇ ਪ੍ਰਮਾਤਮਾ ਦਾ ਨਾਮ ਜਪਿਆ ਜਾਏ। ਵਡਭਾਗੇ ਹਾਂ ਸਾਧ ਸੰਗਤ ਜੀ ਜੋ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਅਸਥਾਨ ਤੇ ਜਾ ਕਰਕੇ ਬੈਠੇ ਨੇ ਤੇ ਬਾਬਰ ਦਾ ਇੱਕ ਸੇਵਕ ਭਾਵ ਕੇ ਮੁਗਲ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਪਾਸ ਆਇਆ ਹੈ ਤੇ ਬਾਬਰ ਦੀ ਕੈਦ ਲਈ ਉਹਨਾਂ ਨੂੰ ਸਾਧ ਸੰਗਤ ਜੀ ਖੜਿਆ ਹੈ। ਭਾਈ ਮਰਦਾਨਾ ਜੀ ਦੇ ਹੱਥ ਦੇ ਵਿੱਚ ਘੋੜਾ ਫੜਾ ਦਿੱਤਾ ਹੈ ਤੇ ਭਾਈ ਬਾਲਾ ਜੀ ਦੇ ਸਿਰ ਤੇ ਇੱਕ ਪੰਡ ਰੱਖ ਦਿੱਤੀ ਹੈ ਤੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੇ ਜਿਹੜੀ ਪੰਡ ਰੱਖੀ ਹੋਈ ਹੈ ਨਾ, ਕਵੀ ਜੀ ਲਿਖਦੇ ਨੇ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੋਂ ਇੱਕ ਹੱਥ ਉੱਪਰ ਸੀ ਤੇ ਰਸਤੇ ਦੇ ਵਿੱਚ ਜਾ ਰਹੇ ਨੇ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਹੈ। ਕਹਿੰਦੇ ਨੇ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਤੇ ਮਰਦਾਨਾ ਅੱਗੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਹਿੰਦਾ ਏ ਕਿ ਗੁਰੂ ਜੀ ਮੈਂ ਤਾਂ ਹੱਥ ਦੇ ਵਿੱਚ ਘੋੜੇ ਦੀਆਂ ਲਗਾਮਾਂ ਫੜੀਆਂ ਹੋਈਆਂ ਨੇ, ਮੈਂ ਰਬਾਬ ਕਿਸ ਤਰ੍ਹਾਂ ਵਜਾ ਸਕਦਾ ਹਾਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਵਾਹਿਗੁਰੂ ਬੋਲ, ਇਹ ਘੋੜਾ ਤੇਰੇ ਪਿੱਛੇ ਪਿੱਛੇ ਚੱਲ ਕੇ ਆਵੇਗਾ। ਐਸੀ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿ ਸਾਧ ਸੰਗਤ ਜੀ ਘੋੜਾ ਬਿਨਾਂ ਲਗਾਮਾਂ ਤੋਂ ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਆ ਰਿਹਾ। ਤੇ ਜਦੋਂ ਬਾਬਰ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ ਤੇ ਕੀ ਵੇਖਿਆ ਹੈ ਕਿ ਸਾਧ ਸੰਗਤ ਜੀ ਚੱਕੀਆਂ ਰੱਖ ਦਿੱਤੀਆਂ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਅੱਗੇ। ਉੱਥੇ ਹੋਰ ਵੀ ਜਿਹੜੀਆਂ ਹਿੰਦਵਾਣੀਆਂ ਨੇ, ਬ੍ਰਾਹਮਣੀਆਂ ਨੇ ਜਾਂ ਪਠਾਣੀਆਂ ਨੇ, ਉਹ ਸਾਰੀਆਂ ਜਿਹੜੀਆਂ ਚੱਕੀ ਦੇ ਦਾਣੇ ਨੇ ਉਹ ਪੀ ਰਹੀਆਂ ਨੇ ਤੇ ਬਾਬਰ ਦੀ ਕੈਦ ਨੂੰ ਕੱਟ ਰਹੀਆਂ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਰਸਤੇ ਦੇ ਵਿੱਚ ਆ ਰਹੇ ਨੇ ਤੇ ਸਾਧ ਸੰਗੀ ਲੋਕੀ ਇਹ ਕੌਤਕ ਤੱਕ ਰਹੇ ਸਨ। ਇਹ ਸਾਰਾ ਕੌਤਕ ਜਦੋਂ ਬਾਬਰ ਦੇ ਇੱਕ ਸੇਵਕ ਨੇ ਜਾ ਕਰਕੇ ਬਾਬਰ ਨੂੰ ਦੱਸਿਆ ਏ ਤੇ ਬਾਬਰ ਸਾਧ ਸੰਗਤ ਜੀ ਅਚਰਜ ਹੋਇਆ ਏ। ਤੇ ਜਦੋਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਉਚਾਰੇ ਨੇ ਜਿਹਦੇ ਵਿੱਚ ਕੱਲ ਆਪਾਂ ਰਹਾਉ ਦਾ ਬਚਨ ਪੜਿਆ ਸੀ, ਜੇ ਸਕਤਾ ਸਕਤੇ ਕਉ ਮਾਰੇ ਤਾ ਮਨ ਰੋਸ ਨ ਹੋਈ। ਜਦੋਂ ਸਾਧ ਸੰਗਤ ਜੀ ਇਹ ਬਚਨ ਉਚਾਰਿਆ ਹੈ ਤੇ ਬਾਬਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਸ ਸ਼ਬਦ ਦੇ ਅਰਥ ਕਰਨ ਲਈ ਕਿਹਾ ਹੈ। ਸਾਧ ਸੰਗਤ ਜੀ ਇੱਥੋਂ ਤੱਕ ਕੱਲ ਆਪਾਂ ਸਰਵਣ ਕੀਤਾ ਸੀ। ਅੱਗੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਬਾਬਰ ਦੇ ਕੀ ਸੰਵਾਦ ਹੋਏ ਨੇ
आओ सुरतियां बिरतियां नूं करिए एकाग्र चित। ਆਪਣੀਆਂ ਸੁਰਤੀਆਂ ਨੂੰ ਖੜੀਏ ਉਸ ਅਹਿਮਦਾਬਾਦ ਦੇ ਇਲਾਕੇ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮੁਗਲ ਸਮਰਾਟ ਬਾਬਰ ਬੈਠਾ ਹੋਇਆ ਤੇ ਵਿਚਾਰ ਵਟਾਂਦਰਾ ਕਰ ਰਹੇ ਨੇ। ਸੁਰਤੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ। ਆਈਏ ਅਦਬ ਦੇ ਘਰ ਦੇ ਵਿੱਚ ਬੁਲਾਈਏ ਫਤਿਹ ਰਸਨਾ ਨੂੰ ਕਰੀਏ ਪਵਿੱਤਰ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਚਰਜ ਸਭ ਅਵਲੋਕਿਓ ਅਤ ਅਜ਼ਮਤ ਮੈਂ ਪੂਰ। ਬੋਝ ਦਿਓ ਸਿਰ ਤਾਹੇ ਕੈ ਰਹਿਓ ਏਕ ਕਰ ਦੂਰ। ਤੇ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੇ ਜਿਹੜਾ ਭਾਰ ਰੱਖਿਆ ਹੋਇਆ, ਪੰਡ ਰੱਖੀ ਹੋਈ ਹੈ ਮੁਗਲਾਂ ਦੁਆਰਾ। ਮੈਂ ਅੱਗੇ ਵੀ ਦੱਸਿਆ ਹੈ ਕਿ ਉਹ ਪੰਡ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੇ ਟਿਕੀ ਨਹੀਂ। ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇੱਕ ਹੱਥ ਤੋਂ ਦੂਰ ਰਹੀ ਹੈ। ਐਸੀ ਕਲਾ ਵਾਪਰੀ ਉਸ ਅਕਾਲ ਪੁਰਖ ਪ੍ਰਮਾਤਮਾ ਦੀ। ਤੇ ਸਾਰੇ ਲੋਕ ਇਸ ਅਚਰਜ ਨੂੰ ਦੇਖ ਕੇ ਤੇ ਮਨ ਦੇ ਵਿੱਚ ਸਾਧ ਸੰਗਤ ਜੀ ਹੈਰਾਨ ਹੋ ਰਹੇ ਹਨ। ਦੋਹਰਾ ਖਾਵਤ ਖਾਰਕ ਗਰੀ ਪੁਨ ਲੇਕਰ ਭਰਤੇ ਪਾਸ। ਜਿਨ੍ਹਾਂ ਇਸਤਰੀਆਂ ਦੀ ਸਾਧ ਸੰਗਤ ਜੀ ਕੱਲ ਆਪਾਂ ਦਸ਼ਾ ਸਰਵਣ ਕੀਤੀ ਸੀ ਕਿ ਬੜੇ ਆਨੰਦ ਦੇ ਨਾਲ ਆਪਣੇ ਮਹਿਲਾਂ ਦੇ ਵਿੱਚ ਰਹਿੰਦੀਆਂ ਸਨ। ਹੁਣ ਉਸ ਆਨੰਦ ਦੇ ਵਿੱਚ ਇੱਕ ਅਵਸਥਾ ਹੋਰ ਦੱਸ ਰਹੇ ਨੇ ਕਵੀ ਜੀ। ਕਹਿੰਦੇ ਨੇ ਕਿ ਉਹ ਜਿਹੜੀਆਂ ਇਸਤਰੀਆਂ ਬਾਬਰ ਦੇ ਕੋਲ ਚੱਕੀ ਪੀਸ ਰਹੀਆਂ ਨੇ, ਪਹਿਲਾਂ ਤਾਂ ਸੰਦੂਰ ਲਾ ਕੇ ਗਹਿਣਿਆਂ ਦੇ ਨਾਲ ਸੁੰਦਰ ਲੱਗਦੀਆਂ ਸਨ। ਆਪਣੇ ਪਤੀ ਦੇ ਕੋਲੋਂ ਕੀ ਹੈ ਗਿਰੀ ਸ਼ੁਹਾਰੇ ਖਾਂਦੀਆਂ ਸਨ, ਜਿਹਦੇ ਨਾਲ ਕੀ ਸੀ ਮਨ ਦੀ ਤ੍ਰਿਪਤੀ ਉਹ ਆਪਣੇ ਪਤੀਆਂ ਦੇ ਕੋਲੋਂ ਕਰਵਾਉਂਦੀਆਂ ਸਨ। ਸੇਜਾ ਮਾਨ ਭਾਵਤੀ ਬਿਲਸਤ ਬਹੁਤ ਬਿਲਾਸ। ਤੇ ਮਨ ਭਾਉਂਦੇ ਜਿਹੜੇ ਫਲ ਨੇ ਉਹ ਆਪਣੇ ਪਤੀ ਦੇ ਕੋਲ ਪ੍ਰਾਪਤ ਕਰਦੀਆਂ ਸਨ ਤੇ ਪ੍ਰਾਪਤ ਕਰਕੇ ਬਹੁਤ ਸਾਰੇ ਆਨੰਦ ਸਾਧ ਸੰਗਤ ਜੀ ਮਾਣਦੀਆਂ ਸਨ। ਉਹ ਇਸਤਰੀਆਂ ਚੌਪਈ ਅਬ ਪਾਥਰ ਤਿਨ ਕੀ ਗਰ ਪਾਵਹਿ ਮੋਤਿਨ ਮਾਲ ਟੂਟ ਕਰ ਜਾਵੇ। ਤੇ ਹੁਣ ਉਹ ਆਨੰਦ ਨਹੀਂ ਇਹਨਾਂ ਇਸਤਰੀਆਂ ਦੇ ਕੋਲ। ਜਦੋਂ ਬਾਬਰ ਦੀ ਕੈਦ ਦੇ ਵਿੱਚ ਸਾਧ ਸੰਗਤ ਜੀ ਇਹ ਇਸਤਰੀਆਂ ਆਈਆਂ ਨੇ ਤੇ ਕੀ ਹੋਇਆ ਏ ਕਿ ਉਹਨਾਂ ਮੁਗਲਾਂ ਨੇ ਗਲਾਂ ਦੇ ਵਿੱਚ ਇਹਨਾਂ ਇਸਤਰੀਆਂ ਦੇ ਪੱਥਰ ਪਾਏ ਹੋਏ ਨੇ ਤੇ ਗਲ ਦੇ ਵਿੱਚ ਪਾਏ ਹੋਏ ਜਿਹੜੇ ਮੋਤੀਆਂ ਦੇ ਹਾਰ ਨੇ ਉਹ ਸਾਰੇ ਸਾਧ ਸੰਗਤ ਜੀ ਟੁੱਟ ਚੁੱਕੇ ਹਨ। ਜੋ ਬਨ ਦਰਬਦੂ ਸੁਖਦਾਈ ਤਿਨ ਤੇ ਅਬ ਬਹੁਤੇ ਦੁਖ ਪਾਈ। ਉਹਨਾਂ ਇਸਤਰੀਆਂ ਲਈ ਉਹਨਾਂ ਮਹਿਲਾਂ ਵਿੱਚ ਰਹਿੰਦੇ ਹੋਏ ਸਾਧ ਸੰਗਤ ਜੀ ਧਨ ਤੇ ਜਿਹੜੀ ਖੂਬਸੂਰਤੀ ਹੈ ਬਹੁਤ ਸੁਖਦਾਈ ਸਨ, ਪਰ ਉਸੇ ਧਨ ਦੇ ਕਾਰਨ ਹੁਣ ਉਹ ਜਿਹੜੀਆਂ ਇਸਤਰੀਆਂ ਨੇ ਉਹ ਬਾਬਰ ਦੀ ਕੈਦ ਦੇ ਅੰਦਰ ਕਸ਼ਟ ਸਹਿ ਰਹੀਆਂ ਹਨ। ਤਰਨ ਬੈਸ ਪੁਨ ਜੀ ਧਨਵਾਨਾ ਤਿਨ ਗਹਿ ਦਇਓ ਸਾਸਨਾ ਦਾਨਾ। ਤੇ ਜਿਹੜੇ ਸਾਧ ਸੰਗਤ ਜੀ ਜਵਾਨ ਅਤੇ ਦੂਜੇ ਧਨਵਾਨ ਸਨ, ਹੁਣ ਜਿਹੜੇ ਮੁਗਲ ਬਾਦਸ਼ਾਹ ਨੇ ਉਹਨਾਂ ਧਨਵਾਨ ਲੋਕਾਂ ਨੂੰ ਫੜ ਕਰਕੇ ਆਪਣੀ ਕੈਦ ਦੇ ਵਿੱਚ ਲੈ ਕਰਕੇ ਤੇ ਭਾਰੀ ਸਜ਼ਾ ਇਹਨਾਂ ਇਸਤਰੀਆਂ ਨੂੰ ਦੇ ਰਹੇ ਹਨ।
कहा और देवहु सब माया, दूतिन बादी पत गवाया। ते मुगल कह रहे ने उन्हां इस्त्रियां नूं कि जेकर तुहाडे कोल होर माया है, जेकर तुहाडे कोल होर धन है ते सानू उस धन की प्राप्ति करवाना करो, नहीं तां तुहानू बन के तुहाडी ये जिहड़ी इज्जत है उहनू खराब कीता जावेगा। जो बिद वाहिगुरु को पाई, देस जायक तो वडियाई। ते जिवें वाहिगुरु नूं भाउंदा है, जिवें वाहिगुरु दी रजा है, जिवें वाहिगुरु परमात्मा दा हुक्म है, ते गुरु नानक देव जी महाराज कह रहे हैं कि उस अनुसार की है इन्हां नूं दंड दिता जावेगा। तीड़ पटंबर सिर जर तारे, शूषम उदर पाल अनुहारे। हुण उन्हां इस्त्रियां दे साध संगत जी सिर ते रेशमी दुपट्टे सन, जिहड़े उन्हां दे सिर नूं चार चंद लगा रहे सन। ते साध संगत जी जिहड़े उन्हां दे कोमल शरीर दे अंग सन, ਉਹ ਹੁਣ ਉਹਨਾਂ ਸਾਧ ਸੰਗਤ ਜੀ ਮੁਗਲਾਂ ਦੀ ਕੈਦ ਦੇ ਵਿੱਚ ਚੱਕੀ ਪੀ ਰਹੇ ਸਨ। ਮਾਨਵ ਕੀ ਕੋ ਗਿਣਤੀ ਕਰਈ, ਸੂਰਜ ਚੰਦਰ ਦਿਸ਼ਟ ਨ ਪਰਈ। ਸਾਧ ਸੰਗਤ ਜੀ ਮਨੁੱਖਾਂ ਦੀ ਤਾਂ ਗੱਲ ਛੱਡੋ, पर कवि जी लिखते ने उस समय इन्ना हनेरा उस स्थान ते फैलिया सी कि जुल्म इन्ना भारी सी कि किधरे सूरज ना तां ओदी रोशनी नजर आ रही सी, ना तां चंद्रमा दी जिहड़ी चांदनी ओ नजर आ रही सी। भाग सो मार्ग चलत न जो, बांध लए मुगल अब सो। ते जिन्हां लोकां ने कदी साध संगत दी धरती ते पैर नहीं सन टकाए, जेड़े कदी अपने घरां दे विच टिक के नहीं सन बैठे, अज ओ साध संगत जी मुगलां दी कैद दे विच बन्ने गए हन, जिन्हां नूं मुगल अनेकां कष्ट दे रहे हन। भरते मारे बीच लड़ाई, शासन देख बांध चलाए। ते कईयां औरतां दे साध संगत जी जिहड़े पति ने ਉਹ जंग दे मैदान दे विच मारे गए ने, ते जिहड़े रहिंदे खुंदे ने जां इस्त्रियां जां पुरुष, ਉਹਨਾਂ ਨੂੰ बाबर द्वारा अपनी कैद दे विच लै गया है। लोचन बहुत विमोचत बारी, अर्श गिरा जुत कज्जलकारी। ते साध संगत जी जिहड़े लोचन उन्हां दे बहुत सोहणे लगदे सन, अज ऐसी हालत उन्हां दी बाबर दी कैद दे विच बनी हुई है कि उन्हां सोहणे लोचना दे विच जिन्हां दे विच कदी कज्जल शोभदे सन, उन्हां सोहणे लोचना दे विचों साध संगत जी अज हंझू वह रहे सन। कूकत रोवत दुख पावी, नह को शकत न तिन्ह छुड़ाई। ते दुखां दे कारण उच्ची उच्ची धाहां मारियां ने बाग दे कैद दे अंदर। उच्ची उच्ची साध संगत जी वो इस्त्रियां विरलाप कर रही ने, ते विरलाप भी कर रही ने कि ना तो अजिही कोई शक्ति है जिहड़ी बाबर दे नाल मत्था ला सके, ते ना ही कोई अजिहा पुरुष है जिहड़ा सानू इन्हां दी कैद दे विचों मुक्त करवावे। आ गए जे चेत्यो नैनमो, तो अब समा पयो दुख तामो। तो इस्त्रियां मन दे विच सोचण लगियां ने कि जेकर असी पहला परमात्मा दा नाम सिमरिया हुंदा ते हो सकदा है साडे ते ये दुख ना आण पैंदा, हो सकदा है सानू ये बाबर दी कैद दा दुख ना सहना पैंदा। अज असी परमात्मा दा सिमरन नहीं कीता, धन दौलत दे विच असी खचे सां, जिहदे कारण सानू ये
दुख जिहड़ा है बाबर की कैद दे विच सहना पै रहा है। जे सिमरै अग्रज कर तारा, क्यों होवह इस बिद दुख पारा। ते जेकर असी पहला परमात्मा दा नाम सिमरदे ते मन दे विच सोच रहीआं ने इस्त्रियां कि सानू ये कष्ट जिहड़े वो नहीं सन झलने पैणे, क्योंकि नाम विसार लगे अन लालच। अज अपना सुभाए धन दौलतां दे पिछे भजदे फिरदे आ, पर गुरबाणी कहती है कबीर निर्धन है सोई, जाके हृदय नाम ना होई। जिहदे हिरदे दे विच उस करतार दा नाम नहीं, उस अकाल पुरख परमेश्वर पति दा नाम नहीं। भगत कबीर जी मोहर ला के कहते ने जिन्ना मर्जी धन ओ मनुख कमाई जावे, जिन्नी मर्जी धन दौलत शोहरत उस व्यक्ति दे होवे, वो एक निर्धन भाव के कंगाल दी न्याई है। इसे तरह हुण वो इस्त्रियां साध संगत जी मन दे विच विरलाप कर रहीआं ने कि जेकर असी किते पहले समय दे विच परमात्मा दा नाम सिमरिया हुंदा ते हो सकदा अज ये सानू ये बाबर दे जिहड़े कष्ट वो सहने ना पैंदे। हुआए अमीर उमरे जे वजीर, बिसर गए प्रभ गुणी गहीरा। ते साडे जिहड़े वजीर ने वो अनेकां भाव के धन दौलतां वाले अमीर लोग सन, अनेकां गुणां वाले सन, जिहड़े उस प्रभु परमात्मा नूं भुल गए सन। चित में चाहत रंगत माशे, बिबद बिदन के बिलस बिलासे। ते साडे हिरदे विच भी की सी कि आनंद अयाशी मानन दा हमेशा शौक सी, ते असी भी उन्हां आनंदां दे विच हमेशा खचित रहे सां। अब तिन की गत हुई ऐसी, जाए बिलो की नाहे न जैसी। ते कवि जी लिखते ने उन्हां इस्त्रियां दी हुण हालत किहो जही है, उन्हां इस्त्रियां दी दशा किस तरह दी बनी हुई है कि उस दशा नूं कोई भी हुण जिहड़ा अपनियां अखां दे नाल नहीं तक सकदा। बाबर तेरी फिरे दुहाए, तूरन पूरब सफा उठाए। ते गुरु नानक देव जी महाराज जी दा वचन है ना, बाबर बाणी फिर गई, कोई ना रोटी खाए। ते साध संगत जी हुण गुरु नानक देव जी महाराज कह रहे ने कि बाबर जेड़ी तेरी दुहाई है ना हुण फिर गई है, ते जेड़ी तेरी पहली बाजी है हुण तू तुरंत वो मुका दिती है। तिन के बड़े मुसाहिब जोए, नह भोजन अब प्राप्त होए। ते जेड़े खाना दे वड्डे वड्डे वजीर सन, जिन्हां दे कोल चंगी धन दौलत सी, चंगी शोहरत सी, उन्हां राजियां दे कोल अज खान लई ना तां भोजन है, ना तां वरतन लई कोई धन दौलत। पूजा करन निवाज सुजिन की, जात समाटर होत न तिन की। जेड़े पहला परमात्मा दा नाम सिमरदे सन, समय दे अनुसार नमाज अदा करदे सन, पर हुण अजिहा समा आया है कि समा लंघन ते ना तां वो परमात्मा दा नाम सिमरदे ने, ते ना अपनी जेड़ी बनदी 5 समय दी नमाज वो अदा करदे हन। हिंदनी अगना पकड़ी सोए, मज्जत तिलक लगावत जोए। ते बाबर नूं कह रहे ने कि जेड़ियां इस्त्रियां कदी सिर दे तिलक लगाउंदियां सन, अपने हार शिंगार लई शिंगार करदियां सन, अज की है वो हिंदू इस्त्रियां तेरी कैद दे विच हन, भाव के तेरे मुगलां ने उन्हां नूं फड़ के कैद कीता होया है।
चौके मैं भोजन को खाती, करी कैद बैसी इस भांति। ते ਜਿਹੜੀਆਂ कदी चौके दे विच बैठ के बड़े आराम दे नाल भोजन करदियां सन, बड़े आनंद माणदियां सन, अज ओ बिना किसी रीति तो तेरी कैद दे विच बैठियां होईयां ने। हाथ न आवत अब है आहारा, रोवत ऊंची करे पुकारा। ते तेरी कैद दे विच उन्हां नूं ना तां हुण भोजन मिलदा ए, उल्टा की है भुख दे विच उच्ची उच्ची रो रो के विरलाप करदियां ने। राम न सिमरियो कब मन माही, कहन खुदाए मिल अब नाई। ते हुण मन दे विच झूर रहीआं ने कि पहला तां कदी असीं परमात्मा दा नाम नहीं सिमरिया, राम दा नाम नहीं सिमरिया, सिमरन नहीं कीता, ते हुण सानू की है तेरी कैद दे विच खुदा दा नाम लैना जिहड़ा ओ नहीं नसीब हो रिहा। आवै दुख सुख बूझत कोई, कीतक मृत पए तिन रोई। ते जदों कोई उन्हां इस्त्रियां नूं आ करके दुख सुख पुछदा है, हालत की बनी हुई है कि जदों उन्हां इस्त्रियां दा दुख सुख पुछिया जांदा है कैद दे विच, ते साध संगत जी ओने समय नूं जिहड़ियां कई इस्त्रियां ने ओ तां मौत दे घाट भाव के काल वस हो के अकाल चलाना कर गईयां हन। जो बिद वाहे गुरु को भावे, सो तत छिन कर तार बनावे। ते जिवें उस अकाल पुरख परमात्मा नूं भाउंदा है, उवें ही ओ परमात्मा अपनी कार जिहड़ी है ओ मनुख दे कर्मां दे अनुसार करदा है। नह मानुख के कश कर माही, जिवें चलावत तिवें चलाई। ते कल साध संगत जी आपां सरवण कीता सी ना कि ज्यों ज्यों तेरा हुक्म तिवै त्यों होवना, जह जह रखे आप तह जाहे खड़ोवना। ते नाल ही आपां बचन पढ़दे आ ना कि नानक उत्तम नीच ना कोई। ते साध संगत जी ऐसी दशा बनी हुई है। वो कह रहे ने गुरु नानक देव जी महाराज कि मनुख दे हथ दे विच कुछ नहीं, ये सारे जीवां नूं की है वो परमात्मा जिहड़ा अपनी रजा दे अनुसार चला रहा है। सुन बाबर श्री मुख ते बानी, शरदा अद कर दै मैं ठानी। हुण जदों साध संगत जी गुरु नानक देव जी महाराज जी ने सारे शब्द की व्याख्या करके बाबर नूं दसी है, ते बचन सुनदे सारी साध संगत जी ऐसी कृपा हुई है कि जिहड़ा समय दा मुगल सम्राट है बाबर, जदों गुरु नानक देव जी महाराज जी दे बचन सुनने कीते ने, ते बाबर दा मन जिहड़ा लोकां ते कष्ट करन दा सी, साध संगत जी कहंदे ओ जिहड़ा मन गुरु नानक देव जी महाराज जी दे बचन सुनदियां सार ही एक मोम दी तरह पिघल गया है। कलावान मन लखे बसाला, बंधन कर बोलियो ते काला। ते साध संगत जी उसे समय हाथ जोड़े ने, ते हाथ जोड़ के निमरता दे घर दे विच आ करके गुरु नानक देव जी महाराज जी नूं कहन लगा है कि तुसी तां कोई कलामान मनुख हो, जिन्हां ने इस गल नूं जाणिया है, इस करके मैं तुहानूं बंधन करदा, भाव कि मेरा तुहानूं नमस्कार है। करामात मुझको दिखलावो, कितक शकत है सर्ब बतावो। ते बाबर कहन लगा है कि गुरु जी मैनू भी कोई करामात करके दसना करो, ते जिन्नी भी तुहाडे विच शक्ति है
ਉਹ ਮੇਰੇ ਸਾਹਮਣੇ ਰੱਖਣਾ ਕਰੋ, ਤਾਂ ਜੋ ਮੈਂ ਤੁਹਾਡੀ ਇਹ ਸ਼ਕਤੀ ਹੈ ਉਹਨੂੰ ਦੇਖ ਸਕਾਂ। ਤੁਮ ਖੁਦਾਏ ਕੇ ਆਦਕ ਪਿਆਰੇ, ਕਿਦੋ ਖੁਦਾਏ ਆਪ ਤਨ ਤਾਰੇ। ਤੇ ਬਾਬਰ ਕਹਿਣ ਲੱਗਾ ਕਿ ਗੁਰੂ ਜੀ, ਤੁਸੀਂ ਤਾਂ ਉਸ ਪਰਮਾਤਮਾ ਦੇ ਪਿਆਰੇ ਹੋ ਜਿਹੜੇ ਖੁਦ ਉਸ ਪਰਮਾਤਮਾ ਦਾ ਰੂਪ ਧਾਰਨ ਕਰਕੇ ਮੇਰੇ ਪਾਸ ਮੇਰੇ ਭਾਗ ਜਗਾਉਣ ਆਏ ਹੋ। ਸੁਨ ਕਰ ਬੋਲੇ ਕਿਰਪਾ ਸਹਿਤ ਹੈ, ਕਰਾਮਾਤ ਕੋ ਕਹਿਰ ਕਹਿਤ ਹੈ। ਤੇ ਕਿਰਪਾ ਦੇ ਘਰ, ਸੁਖਾਂ ਦੇ ਦਾਤੇ, ਵੇਦੀ ਕੁਲ ਦੇ ਦੀਪਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਾਬਰ ਦੇ ਇਹ ਬਚਨ ਸੁਨੇ ਨੇ ਕਰਾਮਾਤ ਵਾਲੇ, ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਰ ਨੂੰ ਬਚਨ ਕੀਤੇ ਨੇ ਕਿ ਆ ਜਿਹੜੀ ਕਰਾਮਾਤ ਦੀ ਤੂੰ ਗੱਲ ਕਰਦਾ ਏ, ਜਿਹੜੀ ਕਰਾਮਾਤ ਤੂੰ ਕਹਿ ਰਹੇ ਕਿ ਸਾਨੂੰ ਕਰਕੇ ਵਿਖਾ, ਇਹ ਤਾਂ ਸਾਡੇ ਲਈ ਇੱਕ ਜ਼ਹਿਰ ਹੈ। ਜਾਚ ਲਿਹੋ ਜੋ ਹੈ ਚਿਤ ਚਾਹੇ, ਇਸ ਸਥਿਰ ਕਰ ਮਨ ਡੋਲੋ ਨਾਈ। ਤੇ ਕਹਿਣ ਲੱਗੇ ਨੇ ਕਿ ਜਿਹੜੀ ਵੀ ਤੇਰੇ ਮਨ ਦੇ ਵਿੱਚ ਚਾਹੇ, ਜਿਹੜਾ ਵੀ ਤੇਰੇ ਮਨ ਦੇ ਵਿੱਚ ਸ਼ੌਂਕ ਹੈ, ਤੂੰ ਸਾਨੂੰ ਪਰਖਣਾ ਕਰ, ਉਹ ਪ੍ਰੀਖਿਆ ਜਿਹੜੀ ਹੈ ਸਾਨੂੰ ਪਾਉਣਾ ਕਰ। ਬਾਬਰ ਕੇ ਰਹੋ ਤੋ ਬੜ ਭਾਗਾ, ਸੁਨ ਕਾ ਬਚਨ ਚਰਨ ਅਨੁਰਾਗਾ। ਤੇ ਬਾਬਰ ਦੇ ਵੱਡੇ ਭਾਗ ਸਨ, ਕਿਉਂਕਿ ਸਾਧ ਸੰਗਤ ਜੀ ਮੈਂ ਕੱਲ ਵੀ ਦੱਸਿਆ ਸੀ ਕਿ ਅੱਜ ਸਾਨੂੰ ਆਪਣੇ ਸਵਾਰਥ ਲਈ ਕੋਈ ਕੰਮ ਹੋਵੇ ਤੇ ਆਪਾਂ ਸਮੇਂ ਦੀਆਂ ਸਰਕਾਰਾਂ ਅੱਗੇ ਗੋਡੇ ਟੇਕਦੇ ਹਾਂ, ਮਿਹਨਤਾਂ ਕਰਦੇ ਹਾਂ ਕਿ ਸਾਡਾ ਇਹ ਜਿਹੜਾ ਕੰਮ ਤੁਸੀਂ ਕਰਵਾ ਦਿਓ। ਪਰ ਸਾਧ ਸੰਗਤ ਜੀ ਹੈਰਾਨੀਜਨਕ ਗੱਲ ਹੈ ਕਿ ਬਾਬਰ ਮੁਗਲ ਸਲਤਨਤ ਦਾ ਬਾਦਸ਼ਾਹ ਹੈ, ਜਿਹਦੇ ਕੋਲ ਵੱਡੀ ਹਕੂਮਤ ਹੈ, ਪਰ ਸਾਧ ਸੰਗਤ ਜੀ ਐਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਰਪਾ ਹੈ ਕਿ ਉਹ ਬਾਬਰ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਣ ਕੇ ਚਰਣੀ ਪਿਆਏ ਤੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝਣ ਲੱਗਾ ਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਆਣ ਕੇ ਬੇਨਤੀ ਕਰਨ ਲੱਗਾ ਹੈ। ਪ੍ਰੇਮ ਖੁਦਾਏ ਮਗਨ ਮਨ ਜਾਨੀ, या ते पेट पांग की आनी। ते साध संगत जी बाबर है ना जिहड़ा ਉਹ ਪ੍ਰੇਮ ਦੇ ਵਿੱਚ ਭਿੱਜਿਆ ਹੈ ਤੇ ਪ੍ਰੇਮ ਦੇ ਵਿੱਚ ਭਿੱਜਿਆ ਕਿਸ ਤਰ੍ਹਾਂ ਮੈਂ ਉਦਾਹਰਨ ਦਿੰਦਾ ਹੈ। ਜਿਵੇਂ ਇੱਕ ਪਤੰਗੇ ਦਾ ਪ੍ਰੇਮ ਹੈ ਇੱਕ ਲਾਈਟ ਦੇ ਨਾਲ, ਉਹਨੂੰ ਪਤਾ ਹੈ ਕਿ ਮੇਰੀ ਮੌਤ ਹੈ ਉਸ ਲਾਈਟ ਦੇ ਗਾੜੀ, ਪਰ ਸਾਧ ਸੰਗਤ ਜੀ ਉਹ ਪਤੰਗਾ ਫਿਰ ਵੀ ਉਸ ਲਾਈਟ ਦੇ ਕੋਲ ਜਾਂਦਾ ਹੈ ਤੇ ਆਪਣੀ ਜਿਹੜੇ ਪਿਆਰ ਦੀ ਚਾਹਤ ਹੈ ਉਹਨੂੰ ਪੂਰਾ ਕਰਦਾ ਹੈ। ਇੱਕ ਫੁੱਲ ਖਿੜਿਆ ਹੋਵੇ ਨਾ ਤੇ ਉਹਦੇ ਤੇ ਸਾਧ ਸੰਗਤ ਜੀ ਭੋਰਾ ਆ ਕਰਕੇ ਉਹਦੀ ਬਾਸ਼ਨਾ ਲੈਂਦਾ ਹੈ, ਪਰ ਕਿਸੇ ਸਮੇਂ ਅਜਿਹਾ ਸਮਾਂ ਬਣਦਾ ਹੈ ਕਿ ਉਹ ਭੋਰਾ ਬਾਸ਼ਨਾ ਲੈਂਦਾ ਸਾਧ ਸੰਗਤ ਜੀ ਉਸ ਫੁੱਲ ਦੇ ਵਿੱਚ ਹੀ ਸਮਾ ਜਾਂਦਾ ਹੈ। ਹੁਣ ਇਸੇ ਤਰ੍ਹਾਂ ਬਾਬਰ ਦੀ ਦਸ਼ਾ ਹੈ। ਬਾਬਰ ਵੀ ਇੰਨਾ ਭਿੱਜਾ ਹੋਇਆ ਪ੍ਰੇਮ ਦੇ ਵਿੱਚ। ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਪ੍ਰੇਮ ਦੇ ਨਾਲ ਆਇਆ ਹੈ ਤੇ ਗੁਰੂ ਨਾਨਕ ਦੇਵ ਜੀ ਅੱਗੇ ਮਹਾਰਾਜ ਜੀ ਦੇ ਅੱਗੇ ਸਾਧ ਸੰਗਤ ਜਿਹੜੀ ਭੰਗ ਹੈ ਉਹ ਭੇਟ ਕੀਤੀ ਹੈ। ਬੇਪਰਵਾਹ ਲਖੇ ਦਰਵੇਸ਼ਾ, ਦਰਬ ਲੋਕ ਜਿਨ ਕੇ ਨ ਲੇਸ਼ਾ। ਹੁਣ ਸਾਧ ਸੰਗਤ ਜੀ ਉਸ ਬਾਬਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦਰਵੇਸ਼ ਜਾਣਿਆ, ਇੱਕ ਫਕੀਰ ਕਰਕੇ ਜਾਣਿਆ। ਤੇ ਮੈਂ ਅਕਸਰ ਹੀ ਸਾਧ ਸੰਗਤ ਜੀ ਬੇਨਤੀ ਕਰਦਾ ਕਿ ਫਕੀਰ ਦੇ ਅਰਥ ਕੀ ਨੇ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਦੇ ਵਿੱਚ ਸਾਧ ਸੰਗਤ ਜੀ ਫਕੀਰ ਦੇ ਅਰਥ ਕੀਤੇ ਨੇ। ਸਭ ਤੋਂ ਪਹਿਲਾ ਹੈ ਫੱਫਾ। ਫੱਫੇ ਦਾ ਅਰਥ ਹੈ ਫਕਰ। ਅੱਗੇ ਆਉਂਦਾ ਹੈ ਕੱਕਾ। ਕੱਕੇ ਦਾ ਅਰਥ ਹੈ ਕੁਦਰਤ ਦੇ ਅਨੁਸਾਰ ਜੀਵਨ ਜਿਉਣ ਵਾਲਾ। ਤੇ ਅੱਗੇ ਸਾਧ ਸੰਗਤ ਜੀ ਆ ਗਿਆ ਅੱਖਰ ਰਾਰਾ।
ਤੇ ਰਾਰੇ ਦਾ ਅਰਥ ਹੈ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲਾ, ਜਿਹਦੇ ਵਿੱਚ ਇਹ ਤਿੰਨ ਗੁਣ ਨੇ ਸਾਧ ਸੰਗਤ ਜੀ, ਉਹ ਅਸਲੀ ਫਕੀਰ ਹੈ। ਜਿਹਦੇ ਵਿੱਚ ਇਹਨਾਂ ਤਿੰਨਾਂ ਗੁਣਾਂ ਦੀ ਤਾਂਘ ਹੈ, ਉਹ ਫਕੀਰ ਹੈ। ਦੂਸਰਾ ਬੰਦਾ ਫਕੀਰ ਨਹੀਂ ਕਹਾ ਸਕਦਾ। ਕਿਸੇ ਦੇ ਕੱਪੜੇ ਵੇਖ ਕੇ ਆਪਾਂ ਜੱਜ ਨਹੀਂ ਕਰ ਸਕਦੇ ਕਿ ਇਹ ਫਕੀਰ ਹੈ। ਕਿਸੇ ਦਾ ਤਨ ਦੇਖ ਕੇ ਆਪਾਂ ਇਹ ਜੱਜ ਨਹੀਂ ਕਰ ਸਕਦੇ ਕਿ ਇਹ ਫਕੀਰ ਹੈ। ਜੇਕਰ ਕਿਸੇ ਫਕੀਰ ਨੂੰ ਜਾਚਣਾ ਹੋਵੇ ਤੇ ਸਾਧ ਸੰਗਤ ਜੀ, ਜੀਰਾ ਫਕਰ ਹੈ, ਜਿਹੜਾ ਕੁਦਰਤ ਦੀ ਰਜ਼ਾ ਦੇ ਅਨੁਸਾਰ ਚੱਲਦਾ ਹੈ, ਅਸਲ ਫਕੀਰ ਹੋਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਹੁਣ ਉਸ ਬਾਬਰ ਨੇ ਇੱਕ ਪੂਰਨ ਦਰਵੇਸ਼ ਕਰਕੇ ਜਾਣਿਆ ਏ, ਜਿਨ੍ਹਾਂ ਦੇ ਮਨ ਦੇ ਵਿੱਚ ਸਾਧ ਸੰਗਤ ਜੀ ਧਨ ਦੌਲਤ ਦਾ ਰੱਤੀ ਭਰ ਵੀ ਖਿਆਲ ਨਹੀਂ। ਧਰੀ ਗੁਰੂ ਕੇ ਜਬ ਹੈ ਅਗਾਰੀ, ਤਿਹ ਬੇਲੋਕ ਕਾ ਗਿਰਾ ਉਚਾਰੀ। ਤੇ ਜਦੋਂ ਉਹ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬਾਬਰ ਨੇ ਰੱਖੀ ਆ ਪ੍ਰੇਮ ਦੇ ਨਾਲ, ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਭੰਗ ਨੂੰ ਰੱਖਦਿਆਂ ਸਾਰ ਬਾਬਰ ਦੇ ਪ੍ਰਤੀ ਇੱਕ ਬਚਨ ਉਚਾਰਿਆ ਹੈ। ਉਹ ਬਚਨ ਕੀ ਹੈ? ਪਾਉ ਤੇਰਾ ਭਾਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਪਿਆ ਅਤੀਤ। ਕਰ ਕਾ ਸਾਦਰਸ਼ਨ ਕੀ ਭੂਖ, ਮੈਂ ਦਰ ਮਾਂਗੋ ਨੀਤ ਨੀਤ। ਤਾਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਗਤ ਭਿਖਿਆ ਪਾਏ। ਰਹਾਉ। ਸਾਧ ਸੰਗਤ ਜੀ, ਜੋ ਸ਼ਬਦ ਹੈ, ਇੱਕ ਭਾਉ ਤੇ ਇੱਕ ਭੱਬੇ ਨੂੰ ਕੰਨਾ ਲਾ ਕੇ ਤੇ ਊੜੇ ਨੂੰ ਔਂਕੜਾ ਭਾਉ। ਭਾਉ ਦਾ ਅਰਥ ਹੈ ਪਿਆਰ ਤੇ ਭਾਉ ਦਾ ਅਰਥ ਹੈ ਡਰ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਭਾਉ ਤੇਰਾ ਭਾਗ, ਖਲੜੀ ਮੇਰਾ ਚੀਤ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਤੇਰਾ ਡਰ ਹੈ ਨਾ, ਉਹ ਮੇਰੀ ਭੰਗ ਦਾ ਨਸ਼ਾ ਹੈ। ਮੈਂ دیਵਾਨਾ ਭਇਆ ਅਤੀਤ, ਤੇ ਇਸ ਡਰ ਦੇ ਤੇਰੇ ਦੇ ਅਸਰ ਕਰਕੇ ਮੈਂ ਮਸਤ ਹੋ ਗਿਆ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ ਨੇ, ਤੇ ਐਂਡ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਦੇ ਬਚਨ ਕਹੇ ਨੇ, ਤੇਰੇ ਨਾਮ ਨਿਰਵੈ ਰਹੇ ਲਿਵ ਲਾਏ, ਨਾਨਕ ਤਿਨ ਦਰ ਭਿਖਿਆ ਪਾਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨੇ ਕਿ ਜਿਹੜਾ ਮਨੁੱਖ ਤੇਰੇ ਨਾਮ ਦੇ ਨਾਲ, ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਨਾਲ ਲਿਵ ਜੋੜਦਾ ਏ, ਉਹ ਪ੍ਰਮਾਤਮਾ ਉਹਨਾਂ ਦੇ ਖੈਰ ਦੇ ਵਿੱਚ ਕੀ ਹੈ? ਭਿਖਿਆ ਪਾਉਂਦਾ ਹੈ, ਭਾਵ ਕਿ ਉਹਨਾਂ ਨੂੰ ਦਾਨ ਦਿੰਦਾ ਹੈ। ਹੁਣ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਬਚਨ ਉਚਾਰਿਆ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਰ ਦੀ ਦਸ਼ਾ ਕੀ ਬਣੀ ਹੋਈ ਹੈ? ਦੋਹਰਾ ਇਸ ਬਿਦ ਸੁਨ ਬਾਬਰ ਤਬੈ, ਬੰਧਨ ਕੀ ਕਰ ਬੰਦ। ਬਾਬਰ ਨੇ ਸ਼ਬਦ ਸੁਣਦਿਆਂ ਸਾਰ ਸਾਧ ਸੰਗਤ ਜੀ ਆਪਣੇ ਆਪ ਨੂੰ ਪਵਿੱਤਰ ਸਮਝਿਆ ਏ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਰਕੇ ਤੇ ਨਿਮਰਤਾ ਦੇ ਘਰ ਦੇ ਵਿੱਚ ਆਇਆ ਏ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਬੋਲਿਓ ਦੀਨ ਵਿਸਾਲ ਹੋਇ, ਆਵਲੋਕਤ ਸੁਖ ਕੰਦ। ਹੁਣ ਬਹੁਤ ਨਿਮਰਤਾ ਦੇ ਵਿੱਚ ਆਇਆ ਹੈ ਉਹ ਬਾਬਰ, ਤੇ ਸਾਧ ਸੰਗਤ ਜੀ ਮਨ ਦੇ ਵਿੱਚ ਨਿਮਰਤਾ ਧਾਰ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਨਿਮਰਤਾ ਦੇ ਵਿੱਚ ਬੋਲਿਆ ਹੈ, ਚਾਓ ਭਈ ਮੈਂ ਜਾਣੇ ਅਬ ਨਿਸਚੇ ਕਰ ਕੈ, ਤੁਮ ਖੁਦਾਏ ਵਿਚਰਤ ਤਨ ਧਰ ਕੈ। ਤੇ ਬਾਬਰ ਦੀ ਦਸ਼ਾ ਕੀ ਬਣੀ ਹੈ? ਬਾਬਰ ਕਹਿਣ ਲੱਗਾ ਹੈ ਕਿ ਗੁਰੂ ਜੀ
मेरे मन की अजिही निश्चा बनी हुई है, हुण मेरा जिहड़ा मन है वो तुहानू पूर्ण दरवेश मनदा है, ते मेरे मन दे विच भी ये मनण दे गल आ रही है कि तुसी खुद कुछ परमात्मा दा रूप हो ते मनुखा देही धार करके इस जगत दे विच विचर रहे हो। दीजै बरमो को अब ऐसे, जग पातशाह हो मैं जैसे। ते कहन लगा कि कृपा निधान सुखां दे दाते मैनू अजिहा वर जिहड़ा तुसी देना करो जिहदे नाल ये जगत दी बादशाही मेरे कोल होवे ते सारे लोग जिहड़े ने वो मेरी जय जय करन। ते साध संगत जी आपां भी अरदास करदे हां कि मान मंगो तान मंगो धन लक्ष्मी सुत दे। ते साध संगत जी अजिही हालत हुण बाबर दी भी बनी हुई है। गुरु नानक देव जी महाराज जी दे कोलों शौहरत मंग रहा है ते कह रहा कि सारे लोग मैनू नमस्कार करन। कुरसी अपर बकुरसी ताई, भोगै पातशाही सुख पाए। ते जिवें साध संगत जी यहूदियां दे विच हजरत इब्राहिम ने यह मंग मंगी सी कि जिन्ने भी पैगंबर होण वो सारे मेरी कुल दे विचों होण। ते साध संगत जी परमात्मा उन्हां ते खुश होया सी ते यहूदियां दी कुल दे विचों सारे उन्हां दे पैगंबर पैदा होए ने। हजरत इब्राहिम तो लैके ते यीशु मसीह तक साध संगत जी उन्हां दे सारे जिहड़े पैगंबर ने वो यहूदी धर्म दे ने। इस तरह हुण बाबर ने भी गुरु नानक देव जी महाराज जी दे अगे शौहरत मंगी है, नाल ये भी बचन कीता है कि गुरु जी ये जिहड़ा राज है ये कुर्सी दर कुर्सी जिहड़ा साडी पुश्त तक चलदा रवे तां जो जिहड़े साडे परिवारक मैंबर ने वो इस राज दा सुख पा सकण। चार पदार्थ तुम कर माही, देवहो आप देर कछ नाई। चारे जिहड़े पदार्थ ने धर्म अर्थ काम ते मोख, साध संगत जी ये चारे पदार्थ उस बाबर ने मंगे ने। ते कहन लगा कि तुसी सर्व कला समर्थ हो, एक क्षण दे विच तुसी इस दी प्राप्ति करवा सकदे हो। महापुरख होए अदक उदारा, कर हिरंक ते अत सिरदारा। ते कहन लगे कि तुसी तां महापुरख हो ते महापुरखां दा सुभाव जिहड़ा हमेशा उपकारियां दी तरह हुंदा है। ते जेकर तुहाडी नज़र होवे तां तुसी कंगालां नूं भी बादशाह बना सकदे हो। ते साध संगत जी आपां बचन भी पढ़दे हैं ना, भेखारी ते राज करावे, राजा ते भेखारी, फल मूरत ते पंडित करबो पंडित ते मुगधारी। ऐसी दशा हुण बाबर ने भी गुरु नानक देव जी महाराज जी दे अगे रखी है। नृपते रंक बनावह तूरण, इस प्रकार के तुम प्रभ पूर्ण। ते जिहड़ा राजा है उन्होंने तुरंत भिखारी बना देंदे हो। ऐसी तुहाडी कृपा दृष्टि है, ऐसे तुसी खुदा दे रूप हो जिहड़ी तुहाडे कोल ये ताकत है। जे परसंता रावर केरी, पूर्ण चहो कामना मेरी। ते जेकर मेरे उत्ते तुहाडी प्रसन्नता होवे, जेकर तुसी मेरे ते प्रसन्न हो जावो तां तुसी मैनू ये सारे जिहड़े वर है उन्हां दी प्राप्ति करवा सकदे हो, क्योंकि तुसी सर्व कला समर्थ हो। जो जाच्यो सोए अब दीजै, महापुरख जी करुणा कीजै। आखिर ते कहन लगा कि गुरु जी मैं जो कुछ भी तुहाडे कोलों मंगिया है, जेड़ी भी मैं मंग तुहाडे अगे रखी है, तुसी कृपा करके मेरियां ये मंगा पूरियां करनियां करो
क्योंकि तुसी तां पूर्ण दरवेश हो, उस अकाल पुरख दी जोत हो। दोहरा कृपा दृष्ट अवलोक कर, बोलत पे सत पाए। ते कृपा दी दृष्टि धारदे हुए गुरु नानक देव जी महाराज उस बाबर वाल तक रहे ने ते साध संगत जी अपने मुख तो बचन कीते हन। जग पातशाही भोग हो, जब लग करो न्याय। ते गुरु नानक देव जी महाराज कह रहे ने, जिन्ना चिर तू कोई न्याय नहीं करता, जिन्ना चिर तू किसी नूं कोई न्याय नहीं दिंदा, उन्ना चिर तेनू तेरी जिहड़ी इच्छा है वह प्राप्त नहीं हो सकती। पाप के जिन्ने भी तेरी कैद दे विच राजे ने जां हिंदवानियां ने, हटवाणियां ने, ब्राह्मणियां ने, इन्हां सारियां नूं पहला न्याय देना कर। जेकर इन्हां तू न्याय ना देवेगा ते तेरी ये जिहड़ी इच्छा वो पूरी नहीं होवेगी। चाओ पई जब तुमरी कुल न्याय न होवहे, पातशाहत सगरी सो खोवहे। ते गुरु नानक देव जी महाराज बाबर नूं कह रहे ने कि बाबर, जे तेरी कुल वालों किसी नूं इंसाफ नहीं दिता जावेगा, जेकर तेरी कुल वालों लोकां ते पाप कीते जाणगे, कष्ट कीते जाणगे, तां उन्हां तो सारी जिहड़ी हुकूमत है वो खुस जावेगी, उन्हां दी हालत कंगालां दे वर्गी हो जावेगी। देश विदेश जीत बहुतरणी, पुंचो राज कर हो बल करनी। ते हुण गुरु नानक देव जी महाराज जी ने नाल ही बचन कीता है कि तुहाडी ताकत इन्नी है कि तुसी अपनी ताकत दे नाल सारी धरती दा जिहड़ा राज भाग है वो भोगोगे, बहुत सारे सुख जिहड़े वो तुहानू प्राप्त होणगे। सुन बाबर कर हरख अपारा, पद पंकज बंदह बहुबारा। ते बाबर दे ये बचन सुनदियां सार गुरु नानक देव जी महाराज जी दे जदों बचन सुने ने बाबर ने, ते साध संगत जी बाबर ने जदों ये बचन गुरु नानक देव जी महाराज जी दे सुने ने, ते मन दे विच बहुत ज्यादा खुशी आई है। ते खुशी दे कारण वार वार गुरु नानक देव जी महाराज जी दे चरणां ते पग बंदना कर रहा है। निमर होए कह बिनै बखानी, धन धन प्रभ सद गुण खानी। ते साध संगत जी निमरता दे विच हो करके गुरु नानक देव जी महाराज जी दे अगे बेनती कीती है कि तुसी तां धन हो, असली अल्लाह दे रूप हो, ते सारियां नूं सुखां दी प्राप्ति दिवाउण वाले हो। तब सैना के नर सब आए, दरस करहे चरणन लपटाए। उस वेले बाबर दे सारे जिहड़े फौजी ने वो भी साध संगत जी गुरु नानक देव जी महाराज जी दे दर्शनां लई आए ने, ते सारे ने गुरु नानक देव जी महाराज जी दे चरणां अगे मत्था टेकिया है। चाहो दिश भीर पूर तब होए, ताए ताए आवह सब कोए। ते गुरु नानक देव जी महाराज जी दे अगे बहुत सारी लोकां दी भीड़ जमा हो गई है। ते जेड़ा भी गुरु नानक देव जी महाराज जी दी साध संगत जी उस्तत सुनदा है, वो दूरों दूरों दौड़ करके गुरु नानक देव जी महाराज जी दे दर्शनां लई आ रहा है। दोहरा श्री नानक के बर भये, बाबर पापत शाहू। हुण गुरु नानक देव जी महाराज जी दे बचन जेड़े जदों होए ने, ते साध संगत जी बाबर ने मन दे विच निमरता धारी है, ते बाबर देश दा राजा बनिया है।
ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਮਨ ਦੇ ਵਿੱਚ ਵਿਸ਼ਵਾਸ ਧਰਿਆ ਹੋਇਆ ਹੈ। ਦਿੱਲੀ ਆਦਿਕ ਦੇਸ਼ ਲੈ ਬਿਲਸੇ ਸੁਖ ਜਗ ਮਾਹੇ। ਦਿੱਲੀ ਅਰਗਾ ਜਿਹੜਾ ਦੇਸ਼ ਹੈ ਉਹ ਉਸ ਬਾਬਰ ਨੇ ਜਿੱਤਿਆ ਏ, ਜਿਹਨੂੰ ਜਿੱਤ ਕੇ ਸਾਧ ਸੰਗਤ ਜੀ ਉਹ ਦਿੱਲੀ ਦੇ ਵਿੱਚ ਬਹੁਤ ਸਾਰੇ ਸੁੱਖ ਜਿਹੜੇ ਉਹ ਮਾਣ ਰਿਹਾ ਹੈ। ਕਰੁਣਾ ਨਿਧ ਦੇਖੇ ਬਹੁਰ ਕੈਦ ਬਿਖੈ ਨਰ ਨਾਰ। ਹੁਣ ਜਿੰਨੀਆਂ ਵੀ ਔਰਤਾਂ ਜਿੰਨੇ ਵੀ ਮਰਦ ਜਿਹੜੇ ਉਸ ਬਾਬਰ ਦੀ ਕੈਦ ਦੇ ਵਿੱਚ ਸਨ, ਜਿਹੜੇ ਸਾਧ ਸੰਗਤ ਜੀ ਅਨੇਕਾਂ ਕਸ਼ਟ ਉਸ ਬਾਬਰ ਦੀ ਕੈਦ ਦੇ ਵਿੱਚ ਸਹਾ ਰਹੇ ਸਨ, ਜਿਨ੍ਹਾਂ ਨੂੰ ਸਵਾ ਸਵਾ ਮਨ ਦੀਆਂ ਚੱਕੀਆਂ ਪੀਸਣੀਆਂ ਪੈ ਰਹੀਆਂ ਸਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਿਆਨ ਹੁਣ ਉਹਨਾਂ ਵੱਲ ਗਿਆ ਹੈ। ਦੁਖ ਪਾਵਤ ਕੁਰ ਲਾਤ ਹੈ ਜਿਉ ਬਨ ਕਮਲ ਤੁਖਾਰੋ। ਤੇ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਵਿਰਲਾ ਰਹੇ ਨੇ ਜਿਵੇਂ ਕਮਲ ਦੇ ਉੱਤੇ ਬਰਫ਼ ਪੈਣ ਦੇ ਕਾਰਨ ਕਮਲ ਦੀ ਹੋਂਦ ਮਿਟ ਜਾਂਦੀ ਹੈ ਨਾ, ਇਸੇ ਤਰ੍ਹਾਂ ਇਹ ਜਿਹੜੀ ਦਸ਼ਾ ਏ ਉਸ ਬਾਬਰ ਦੀ ਕੈਦ ਦੇ ਅੰਦਰ ਮਰਦ ਤੇ ਇਸਤਰੀਆਂ ਦੀ ਬਣੀ ਹੋਈ ਹੈ। ਚਾਉ ਪਈ ਬਾਬਰ ਸੋ ਬੋਲੇ ਤੇ ਕਾਲਾ ਛੋੜੋ ਕੈਦ ਜੋ ਗਹੀ ਬਿਸਾਲਾ। ਹੁਣ ਉਸੇ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਿਆਨ ਉਸ ਬਾਬਰ ਦੀ ਕੈਦ ਦੇ ਵਿੱਚ ਕੈਦੀਆਂ ਵੱਲ ਗਿਆ ਏ ਤੇ ਕਿਰਪਾ ਨਿਧ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ ਕਿ ਬਾਬਰ ਉਹ ਜਿੰਨੇ ਵੀ ਤੇਰੀ ਕੈਦ ਦੇ ਵਿੱਚ ਕੈਦੀ ਹਨ, ਜਿਹੜੇ ਦੁੱਖ ਪਾ ਰਹੇ ਨੇ ਉਹਨਾਂ ਨੂੰ ਨਿਹਾ ਕਰਨਾ ਕਰ। ਸੌਜ ਕਸੋਟੀ ਜੋ ਇਨ ਕੇਰੀ ਮਾਨੋ ਬਚਨ ਹਮਾਰ ਦੇਹ ਫੇਰੀ। ਤੇ ਜਿੰਨਾ ਵੀ ਤੂੰ ਇਹਨਾਂ ਲੋਕਾਂ ਦਾ ਧਨ ਦੌਲਤ ਲੁੱਟਿਆ ਏ, ਜਿੰਨੀ ਵੀ ਮਾਇਆ ਇਹਨਾਂ ਦੇ ਕੋਲ ਇਕੱਤਰ ਕੀਤੀ ਹੈ, ਇਹਨਾਂ ਸਾਰਿਆਂ ਨੂੰ ਉਹ ਮਾਇਆ ਜਿਹੜੀ ਉਹ ਵਾਪਸ ਕਰਨੀ ਕਰ। ਕਮਲ ਬਦਨ ਕੀ ਗਿਰਾ ਸੁਣੀ ਜਬ ਸਪਦ ਛੁਡਾਏ ਨਰ ਨਾਰੀ ਸਭ। ਤੇ ਜਦੋਂ ਸਾਧ ਸੰਗਤ ਜੀ ਬਾਬਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਬਚਨ ਸੁਣੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਬਚਨ ਸੁਣਦਿਆਂ ਸਾਰ ਹੀ ਉਹ ਲੁੱਟਿਆ ਹੋਇਆ ਸਾਰਾ ਧਨ ਦੌਲਤ, ਉਹ ਕੈਦ ਕੀਤੇ ਹੋਏ ਆਦਮੀ ਤੇ ਨਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣਦਿਆਂ ਸਾਰ ਹੀ ਉਸ ਬਾਬਰ ਨੇ ਸਾਧ ਸੰਗਤ ਜੀ ਆਪਣੀ ਕੈਦ ਦੇ ਵਿੱਚੋਂ ਛੱਡ ਦਿੱਤੇ ਨੇ। ਤੇ ਜਿੰਨਾ ਵੀ ਧਨ ਦੌਲਤ ਉਸ ਬਾਬਰ ਨੇ ਇਕੱਤਰ ਕੀਤਾ ਏ, ਉਹ ਸਾਰਾ ਉਹਨਾਂ ਲੋਕਾਂ ਦੇ ਵਿੱਚ ਵੰਡ ਦਿੱਤਾ। ਆਪਣੀ ਸੌਜ ਪਛਾਨੀ ਜਾਹੀ ਦਈ ਦਿਵਾਏ ਦੇਰ ਕੇ ਨਾਹੀ। ਤੇ ਜਿੰਨੀ ਵੀ ਸਮਗਰੀ ਬਾਬਰ ਦੇ ਪਾਸ ਸੀ, ਜਿਹੜੀ ਵੀ ਸਮਗਰੀ ਬਾਬਰ ਨੇ ਇਕੱਠੀ ਕੀਤੀ ਹੋਈ ਸੀ, ਉਹਨਾਂ ਲੋਕਾਂ ਨੇ ਸਾਧ ਸੰਗਤ ਜੀ ਆਪੋ ਆਪਣੀ ਸਮਗਰੀ ਪਛਾਣ ਲਈ ਹੈ ਤੇ ਬਾਬਰ ਦੇ ਪਾਸੋਂ ਵਸੂਲਣੀ ਕੀਤੀ ਹੈ। ਆਪੋ ਆਪਣੀ ਸੌਜ ਸੰਭਾਰੀ ਨਿਜਨ ਕੇਤ ਗਮਨੇ ਨਰ ਨਾਰੀ। ਸਾਰਿਆਂ ਨੇ ਆਪੋ ਆਪਣਾ ਸਮਾਨ ਇਕੱਤਰ ਕੀਤਾ ਹੈ, ਬਾਬਰ ਦੇ ਪਾਸੋਂ ਸਾਧ ਸੰਗਤ ਜੀ ਵਾਪਸ ਲਿਆ ਏ ਤੇ ਮਾਲ ਵਾਪਸ ਕਰਕੇ ਹਿਰਦੇ ਦੇ ਵਿੱਚ ਖੁਸ਼ੀ ਮਾਣਦੇ ਹੋਏ ਆਪੋ ਆਪਣੇ ਘਰਾਂ ਨੂੰ ਉਹ ਲੋਕ ਚੱਲ ਪਏ ਨੇ ਜਿਹੜੇ ਬਾਬਰ ਦੀ ਕੈਦ ਦੇ ਵਿੱਚ ਸਨ। ਸਭ ਹਿਨ ਕੋਲੇ ਆਪਣੇ ਸਾਥਾ ਗਏ ਨਗਰ ਮੈਂ ਪੁਨ ਜਗਨਾਥਾ। ਤੇ ਸਾਰਿਆਂ ਨੂੰ ਸਾਧ ਸੰਗਤ ਜੀ ਬਾਬਰ ਦੀ ਕੈਦ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਛੁਡਵਾ ਕਰਕੇ ਤੇ ਸਾਧ ਸੰਗਤ ਜੀ ਕਿੱਥੇ ਪਹੁੰਚੇ ਨੇ, ਜਿੱਥੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੈਦ ਕੀਤਾ ਗਿਆ ਤੇ ਨਾਲ ਹੀ ਉਸ ਨਗਰ ਦੇ ਲੋਕ ਨੇ ਜਿੱਥੇ ਬਾਬਰ ਨੇ ਹਮਲਾ ਕੀਤਾ ਏ
ਤੇ ਹਮਲਾ ਕਰਨ ਤੋਂ ਬਾਅਦ ਉਥੋਂ ਦੇ ਲੋਕਾਂ ਨੂੰ ਕੈਦ ਕੀਤਾ ਹੈ। ਹੁਣ ਉਹ ਸਾਧ ਸੰਗਤ ਜੀ ਬਾਬਰ ਦੀ ਕੈਦ ਦੇ ਵਿੱਚੋਂ ਛੁੱਟੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਚੱਲ ਪਏ ਹਨ। ਸੋਰਠਾ ਦੇਖਿਓ ਨਗਰ ਉਜਾਰ ਨਰ ਨਾਰੀ ਜੇ ਕੋ ਨਹੀਂ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਵਾਪਸ ਗਏ ਨੇ, ਉਸ ਨਗਰ ਨੂੰ ਉਜੜਿਆ ਦੇਖਿਆ ਏ, ਜਿਹਦੇ ਵਿੱਚ ਸਾਧ ਸੰਗਤ ਜੀ ਕਿਸੇ ਤਰ੍ਹਾਂ ਦੀ ਕੋਈ ਚਹਿਲ ਪਹਿਲ ਨਹੀਂ, ਕਿਸੇ ਤਰ੍ਹਾਂ ਦੀ ਕੋਈ ਔਰਤ ਕੋਈ ਮਰਦ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦਿਖਾਈ ਦੇ ਰਹੇ। ਆਸਾ ਰਾਗ ਮਝਾਰ ਸ਼ਬਦ ਉਚਾਰਿਓ ਸ੍ਰੀ ਗੁਰੂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਸਾ ਰਾਗ ਦੇ ਵਿੱਚ ਸਾਧ ਸੰਗਤ ਜੀ ਇਹ ਸ਼ਬਦ ਜਿਹੜਾ ਉਚਾਰਨਾ ਕੀਤਾ ਹੈ। ਉਹ ਸ਼ਬਦ ਕੀ ਹੈ? ਕਹਾ ਸੋ ਖੇਲਤ ਬੇਲਾ ਕੂੜੇ, ਕਹਾ ਪੇਰੀ ਸਹਨਾਈ, ਕਹਾ ਸੋ ਤੇਗ ਬੰਦ ਗਾਡੇਰੜ, ਕਹਾ ਸੋ ਲਾਲ ਕਵਾਈ, ਕਹਾ ਸੋ ਆਰਸੀਆ ਮੋ ਬੰਕੇ, ਐਥੈ ਦੀਸੈ ਨਾਹੀ। ਇਹ ਜਗ ਤੇਰਾ ਤੂੰ ਗੋਸਾਈ, ਏਕ ਕੜੀ ਮੈਂ ਥਾਪ ਉਥਾਪੇ, ਜਰ ਵੰਡ ਦੇਵ ਪਾਈ। ਇਹ ਸਾਧ ਸੰਗਤ ਜੀ ਰਹਾਉ ਦੀਆਂ ਤੁਕਾਂ ਨੇ। ਇਹ ਸਾਰਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਆਸਾ ਰਾਗ ਦੇ ਵਿੱਚ ਉਚਾਰਿਆ ਹੈ ਤੇ ਇਹਦੇ ਅਖੀਰ ਦੇ ਬਚਨ ਕੀ ਨੇ? ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ਸਾਧ ਸੰਗਤ ਜੀ ਦੁਬਾਰਾ ਪੜ੍ਹੀਏ। ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖੀਰ ਦੇ ਵਿੱਚ ਇਹ ਜਦੋਂ ਸ਼ਬਦ ਉਚਾਰਿਆ ਹੈ, ਹੁਣ ਸਾਧ ਸੰਗਤ ਜੀ ਇਹਦੇ ਆਖੀਰ ਦੇ ਸਾਨੂੰ ਸਮਝਾਉਣਾ ਕੀ ਕੀਤਾ ਏ ਕਿ ਜਿਹੜੇ ਮਨੁੱਖ ਦੇ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਲਿਖੇ ਹੋਏ ਲੇਖ ਨੇ ਉਹ ਭੋਗਣੇ ਪੈਂਦੇ। ਕਿਉਂਕਿ ਸਾਧ ਸੰਗਤ ਜੀ ਜਿਸ ਤਰ੍ਹਾਂ ਦੇ ਆਪਾਂ ਕਰਮ ਕਮਾਉਂਦੇ ਆ ਨਾ, ਦੀ ਜੀਵਨ ਜਾਂਚ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਆ, ਉਸੇ ਤਰ੍ਹਾਂ ਦੀ ਇਹ ਜੀਵਨ ਜਾਂਚ ਸਾਧ ਸੰਗਤ ਜੀ ਸਾਨੂੰ ਦੰਡ ਦਿਵਾਉਂਦੀ। ਭਾਵ ਕਿ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸਾਨੂੰ ਉਹ ਸਜ਼ਾ ਭੋਗਣੀ ਪੈਂਦੀ ਹੈ। ਤੇ ਸਾਧ ਸੰਗਤ ਜੀ ਹੁਣ ਇਹ ਸ਼ਬਦ ਜਿਹੜਾ ਆਪਾਂ ਸਰਵਣ ਕੀਤਾ ਹੈ, ਕੱਲ ਹੁਣ ਬਾਬਰ ਦੇ ਨਾਲ ਕੀ ਗੱਲਬਾਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੋਵੇਗੀ, ਨਿਯਤ ਸਮੇਂ ਦੇ ਅਨੁਸਾਰ ਆਪਾਂ ਸਰਵਣ ਕਰਾਂਗੇ। ਸਾਧ ਸੰਗਤ ਜੀ ਇਤਿਹਾਸ ਦੀ ਵਾਰਤਾ ਸਾਂਝੀ ਕਰਦੇ ਹਾਂ। ਆਪ ਜੀ ਦੇ ਨਾਲ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਨੇ। ਆਪ ਜੀ ਨੇ ਆਪਣਾ ਅਣਜਾਣ ਬੱਚਾ ਸਮਝ ਕੇ ਮੁਆਫ ਕਰ ਲੈਣਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਨੇ। ਦੇਵ ਅਸੀਸ। ਆਓ ਨਿਮਰਤਾ ਦੇ ਘਰ ਦੇ ਵਿੱਚ ਆਈਏ, ਬੁਲਾਈਏ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।